हाँ जी सर, अज असी जलवायु टावर आए हैं, किस विषय लिए इकट्ठे हुए हैं जी? ਅਸੀਂ ਇੱਥੇ ਇਕੱਠੇ ਹੋਏ ਸੀ ਬੇਸਿਕਲੀ ਤਾਂ ਇੰਡੀਪੈਂਡੈਂਸ ਡੇ ਦੀ ਤਿਆਰੀ ਦਾ ਪਲਾਨ ਕਰਨ ਲਈ। ਦੂਜਾ ਕੱਲ ਜਿਹੜੇ ਵੀ ਇਹਨਾਂ ਨੇ ਬਿਆਨ ਦਿੱਤੇ ਹੈਗੇ ਨੇ ਇਕੱਠੇ ਹੋ ਕੇ ਕਿ ਇਲੈਕਸ਼ਨਸ ਕਰਾ ਰਹੇ ਨੇ, ਸਾਡਾ ਬਹੁਤ ਭਾਈਚਾਰਾ ਹੈਗਾ, ਫੌਜੀ ਸਾਡੇ ਭਾਈ ਨੇ, ਤੇ ਅਸੀਂ ਉਸ ਬਾਰੇ ਵੀ ਡਿਸਕਸ ਕਰਿਆ। ਬੇਸਿਕਲੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸੋਲਜਰ ਹੈ ਇਹ ਆਨਰ ਔਰ ਡਿਗਨਿਟੀ ਜਿਹੜੀ ਹੈਗੀ ਹੈ ਕੰਟਰੀ ਦੀ, ਉਹਦੇ ਲਈ ਫਾਈਟ ਕਰਦਾ ਬਾਰਡਰਾਂ ਤੇ ਵੀ, ਤੇ ਅਸੀਂ ਹੁਣ ਵੀ ਆਨਰ ਔਰ ਡਿਗਨਿਟੀ ਆਫ ਇੰਡੀਵਿਜੂਅਲ ਆਫ ਦਾ ਕੰਟਰੀ ਅਸੀਂ ਅਪਹੋਲਡ ਕਰਾਂਗੇ। ਸਾਡੇ ਇੱਕ ਰੋਸ਼ ਸਾਡੇ ਵਿੱਚ ਇਹ ਹੈਗਾ ਵੀ ਜਿਹੜੀ ਵੀ ਇਹਨਾਂ ਨੇ ਸੁਸਾਇਟੀ ਰਜਿਸਟਰ ਕਰਾਈ ਹੈਗੀ ਹੈ 170 ਬੰਦਿਆਂ ਨੇ ਮਿਲ ਕੇ, ਉਹਦੇ ਵਿੱਚ ਜਿਹੜੇ ਟੋਟਲ 1292 ਇੱਥੇ ਓਨਰਸ ਨੇ, ਉਹਨਾਂ ਚੋਂ 170 ਬੰਦਿਆਂ ਨੇ ਸਿਰਫ ਮਿਲ ਕੇ ਇੱਕ ਸੁਸਾਇਟੀ ਰਜਿਸਟਰ ਕਰਾ ਲਈ ਹੈਗੀ ਹੈ SDM ਤੋਂ, ਤੇ ਉਹਦੇ ਵਿੱਚ ਸਾਨੂੰ ਕਿਸੇ ਨੇ ਕੋਈ ਹਿੱਸੇਦਾਰ ਨਹੀਂ ਬਣਾਇਆ, ਸਾਨੂੰ ਕੋਈ ਨੋਟਿਸ ਨਹੀਂ ਆਇਆ, ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ। ਸਾਡੀ ਸੁਸਾਇਟੀ ਜਿਹੜੀ ਹੈਗੀ ਹੈ ਜਲਵਾਯੂ ਟਾਵਰਸ MAOA, ਇਹ ਹੈਗੀ ਹੈ ਰਜਿਸਟਰ ਆਫ ਸੁਸਾਇਟੀਜ਼ ਦੇ ਵਿੱਚ ਰਜਿਸਟਰਡ ਹੈ, ਤੇ ਕੋਈ ਵੀ ਰਜਿਸਟ੍ਰੇਸ਼ਨ ਕਿਸੇ ਵੀ ਸੁਸਾਇਟੀ ਦਾ ਆਪਾਂ ਦੁਬਾਰਾ ਨਹੀਂ ਕਰ ਸਕਦੇ ਕਿਸੇ ਵੀ ਐਕਟ ਦੇ ਵਿੱਚ, ਇਹ ਰੂਲ ਪੋਜੀਸ਼ਨ ਹੈਗੀ ਹੈ। ਤੇ ਸਿਰਫ 170 ਬੰਦਿਆਂ ਦੀ ਜਿਹੜੀ ਸੁਸਾਇਟੀ ਬਣਾਈ ਹੈ, ਉਹਦੇ ਸਾਨੂੰ ਇਹ ਵੀ ਨਹੀਂ ਪਤਾ ਵੀ ਮੈਂਬਰ ਕੌਣ ਨੇ, ਹਜੇ ਤੱਕ ਉਹਨਾਂ ਦੇ ਮੈਂਬਰਾਂ ਦੀ ਪਛਾਣ ਨਹੀਂ, ਉਹਨਾਂ ਨੇ ਕੋਈ ਮੈਂਬਰਸ਼ਿਪ ਫੀਸ ਇਕੱਠੀ ਨਹੀਂ ਕਰੀ ਹੈਗੀ ਹੈ। ਸਾਡੀ ਸੁਸਾਇਟੀ ਜਿਹੜੀ ਹੈ ਚੱਲ ਰਹੀ ਹੈ 2014 ਤੋਂ, ਰਜਿਸਟ੍ਰੇਸ਼ਨ ਤੋਂ ਬਾਅਦ ਜਿੰਨੇ ਵੀ ਘਰ ਹੈਗੇ ਨੇ ਅਸੀਂ ਉਹਨਾਂ ਦੀ ਮੇਨਟੇਨੈਂਸ ਦੇਖਦੇ ਨੇ। ਸਾਡੇ ਕੋਲ ਐਸੈਟਸ ਨੇ, ਮੂਵੇਬਲ ਐਸੈਟਸ ਨੇ, ਇਮੂਵੇਬਲ ਐਸੈਟਸ ਨੇ, ਤੇ ਅਸੀਂ ਜਿਹੜੀ ਹੈ ਸੁਸਾਇਟੀ ਦੀ ਦੇਖ ਰੇਖ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਹੇ ਨੇ। ਤੇ ਜਿਹੜੇ ਵੀ ਸਬਸੀਕੁਐਂਟ ਓਨਰਸ ਹੈ ਜਿਨ੍ਹਾਂ ਨੇ ਮਕਾਨ ਖਰੀਦੇ ਨੇ, ਉਹ ਟੋਟਲ 170 ਟੋਟਲ 170 ਬੰਦੇ ਹੈਗੇ ਨੇ ਜਿਨ੍ਹਾਂ ਦੀ ਸੁਸਾਇਟੀ ਇਹਨਾਂ ਨੇ ਬਣਾ ਕੇ ਸਾਡੇ ਅਗੇਂਸਟ ਖੜੀ ਕਰੀ ਹੈ। ਤੇ ਸਾਡੀ ਇਹੀ ਦਰਖਾਸਤ ਹੈ ਐਡਮਿਨਿਸਟ੍ਰੇਸ਼ਨ ਨੂੰ ਤੇ ਵੀ ਜਿਹੜੇ ਵੀ ਇਲੈਕਸ਼ਨ ਨੇ ਇਹ ਸਾਰੇ ਮਿਲ ਜੁਲ ਕੇ ਕਰਨ, ਸਾਡੇ ਜਿਹੜੇ ਆਲਰੇਡੀ ਅਪਰੂਵਡ ਬਾਈਲਾਜ਼ ਨੇ ਉਹਦੇ ਵਿੱਚ ਇਹ ਇਲੈਕਸ਼ਨ ਕਰਨ। ਅਸੀਂ ਸਾਰਿਆਂ ਦੇ ਨਾਲ ਹੈ, ਅਸੀਂ ਡੈਮੋਕ੍ਰੇਸੀ 'ਚ ਵਿਸ਼ਵਾਸ ਕਰਦੇ ਨੇ, ਤੇ ਅਸੀਂ ਡੈਮੋਕ੍ਰੈਟਿਕ ਵੇ ਦੇ ਵਿੱਚ ਇਲੈਕਸ਼ਨ ਕਰਵਾਉਣਾ ਚਾਹੁੰਦੇ ਹਾਂ। ਸਰ ਜਿਵੇਂ ਉਹ ਇਲੈਕਸ਼ਨ ਹੋਣੀ ਹੈ, ਤੁਹਾਨੂੰ ਜਿਵੇਂ ਕੋਈ ਹੋਰ ਵੀ ਉਰੇ ਖੜਾ ਹੋਣਾ ਚਾਹੁੰਦਾ ਹੈ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂਗਾ ਉਹਦੇ ਵਿੱਚ? ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜਾ ਕੋਈ ਅਪਰੂਵਡ ਬਾਈਲਾਜ਼ ਨੇ ਹਾਊਸ ਦੇ, ਉਹ ਜਿਹੜੀ ਕਿ ਸੁਸਾਇਟੀ ਇਹਨਾਂ ਨੇ ਇਹ ਵੀ ਕਿਹਾ ਹੈ ਵੀ ਇਹ ਡਿਸੋਲਵ ਹੋ ਗਈ, ਸੁਸਾਇਟੀ ਕੋਈ ਡਿਸੋਲਵ ਨਹੀਂ ਹੋਈ। ਸੁਸਾਇਟੀ ਡਿਸੋਲਵ ਕਰਨ ਲਈ 2/3 ਦੀ ਮੈਜੋਰਿਟੀ ਚਾਹੀਦੀ ਹੈ ਹਾਊਸ ਦੇ ਵਿੱਚ ਕੋਈ ਵੀ ਡਿਸੀਜਨ ਲੈਣ ਲਈ, ਤੇ ਡਿਸੋਲਵਿੰਗ ਦਾ ਡਿਸੀਜਨ ਕੋਈ ਹੋਇਆ ਨਹੀਂ ਹੈਗਾ। ਤੇ ਸਾਡੇ ਐਗਜ਼ਿਸਟਿੰਗ ਬਾਈਲਾਜ਼ ਦੇ ਵਿੱਚ ਜਿਹੜਾ ਵੀ ਬੰਦਾ ਖੜਾ ਹੋਣਾ ਚਾਹੁੰਦਾ ਹੈ ਡੈਮੋਕ੍ਰੈਟਿਕ ਵੇ ਦੇ ਵਿੱਚ ਖੜਾ ਹੋਵੇ, ਅਸੀਂ ਉਹਨਾਂ ਦੇ ਨਾਲ ਹਾਂ। ਸਰ ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ? हम आए थे कल 15 अगस्त का डिस्कशन करने के लिए, तो और जो भी कुछ प्रेस कॉन्फ्रेंस हमने सुना था उसके बारे में भी डिस्कस किया। टू पुट द थिंग्स इनटू करेक्ट परस्पेक्टिव मैं तुहानू दसना चाहूँगा, ये जलवायु टावर सोसाइटी हैगी जो कि AFNHB के द्वारा बनी हुई है। इसमें 1292 घर हैं। 1292 घर में से रिसेंटली कुछ 280 घर के आसपास बिके हुए हैं, जिसमें से कोई 80 घर हैं वो हमारे जो बाहर फौजी रहते हैं जो पहले अप्लाई नहीं कर पाए थे उन्होंने लिए हैं, और जो कोई ऐसे 180 घरों के आसपास है जो कि प्योरली सिविलियन भाई साहब को दिए हैं उन्होंने। हमें बिल्कुल कोई ऐतराज़ नहीं है किसी को कोई इक्वल राइट्स देने में, या ना कभी था ना है ना। अब जो है कि मुद्दा है इलेक्शंस का, एडमिनिस्ट्रेटर साहब ने टेक ओवर किया है, बड़ी खुशी की बात है, और हमारा पूर्ण सहयोग रहेगा एडमिनिस्ट्रेटर साहब को 2 मुद्दे सॉर्ट करने में। पहला मुद्दा है कि इलेक्शन हुए, बिल्कुल डेमोक्रेटिक तरीके से इलेक्शन हुए। नंबर दूसरा मुद्दा है उनको हेल्प करने के लिए जो इलेक्टेड कमेटी है वो उनकी मदद करे उनके गाइडेंस के अंडर, और फेयर इलेक्शन हो डेमोक्रेटिक प्रोसेस से। पर उसमें सिर्फ ये नहीं है कि डेमोक्रेसी बोलने के लिए हो, डेमोक्रेसी प्रैक्टिस भी होनी चाहिए, और हमारा पूर्ण सहयोग रहेगा।
और जैसे इलेक्टेड कमेटी है, ये जैसे नई कमेटी आएगी उस कमेटी को ये हैंड ओवर करें। और एक भाईचारा यहाँ बनाना है हमने सब जितने भी डिफेंस मेंबर्स हैं जो रिटायर्ड हैं, बहुत लंबे बॉर्डर पे भी सेवा करी है, बिल्कुल सिविल की सेवा भी करी है, इनको प्रोटेक्शन भी दी है, अब भी करेंगे और बिल्कुल भाईचारे के साथ रहना चाहते हैं। चाहे वो प्रोपोर्शन कुछ भी है, चाहे 1000 और 170 का प्रोपोर्शन है, हमें किसी का कोई एतराज नहीं है। कोई इलेक्शन में आए, खड़े हो, एज पर एग्जिस्टिंग बाई लॉज जो भी डेमोक्रेटिक प्रोसेस है वो फॉलो हो। बीच में एक ऑर्डर आया था जिसमें कि कुछ एक इंटरिम कमेटी बनाई गई थी और वो कमेटी जो है उसमें एक भी मेंबर डिफेंस की तरफ से नहीं रखा गया था। ये बड़ी हैरानी की बात है। डेमोक्रेसी है, प्रैक्टिस होनी चाहिए। वी आर प्योरली फॉर द डेमोक्रेसी, वी आर हेयर टू प्रोटेक्ट द डेमोक्रेसी, वी विल प्रोटेक्ट इट एनी कॉस्ट। और अभी जो इलेक्शन होने हैं हम उसके लिए बिल्कुल पूर्णतः सहयोग देंगे और इलेक्शन को एक प्रोसेस को करवाएंगे। इसमें डेमोक्रेसी इसमें भी आनी चाहिए, जो कि 1292 मेंबर वोट डालें, उसका वाया मीडिया निकाला जाए एज पर द लॉ, और उसमें चाहे पहले भी अधिकार मिला हुआ है, चाहे बैलेट हो चाहे ई वोटिंग हो, ये होनी चाहिए। पिछले इलेक्शन में भी हुई थी, तभी एक इलेक्शन फेयर एंड स्क्वायर हो पाएगा। अगर जो ऐसा नहीं हो तो फिर ये इलेक्शन फेयर एंड स्क्वायर नहीं होगा। तो जी केड़े मुद्दे लेके आओगे? हमारे मुद्दे होगा, फर्स्ट सबसे बड़ा जरूरी है सोसाइटी की अपग्रेड करना। सोसाइटी को एक जो पीछे कुछ 2-4 महीने से जो हिंड्रेंस आ रही है वो नहीं हो, एक मिली जुली सरकार जिसको बोलते हैं, मिली जुली सोसाइटी बने, मैनेजमेंट कमेटी आए। और सबसे बड़ा मुद्दा है यहाँ पे थोड़ी बहुत जो बिल्डिंग की मेंटेनेंस होनी है वो होएगी, उसके लिए पूर्ण सपोर्ट हम सहयोग देंगे। सॉरी मेरा पंजाबी इतना अच्छा नहीं है, उसमें भी हम सहयोग देंगे। और बाकी डे टू डे में भी है। बेसिकली जेवीटी हमारा एक बड़ा प्रेस्टिजियस सोसाइटी है डिफेंस का, एंड इट इज़ वी आर प्राउड ऑफ इट एंड वी विल मेंटेन दैट प्राइड एट एनी कॉस्ट। इसको एक चमकाएंगे और ये वैसे भी इस एरिया की सबसे बेस्ट सोसाइटी है, इसको और बेटर बनाएंगे। हाँ जी सर, की सर बेसिकली सर नाम केस ढिल्लों जी की मुद्दा सर? मैं तो सिर्फ यही दसांगा कि ये जिन्होंने कल एक बयानबाजी की है, जो भी इन्हें की है, ਉਹਦੇ ਵਿੱਚ बिल्कुल झूठ तो इलावा होर कुछ नहीं बोलिया गया। ये कहते कि असी फौजियों की इज्जत करते हैं, स्पैशली पता नहीं क्यों कि कई लोग होंगे ने सिर्फ घर इत्थे लै लैंदे ने, होंगे ने पोलिटिकल लीडर, तो उन्होंने पर्पज ही कुछ होर होंदा कि सोसाइटी नूं किवें हड़प कीता जावे जां किवें इहदे फंड्स नूं कीता जावे। असी पिछले 3.5-4 साल तो तकरीबन रहे हैं, 5.5 करोड़ तो असी इत्थे 11 करोड़ इनू इकट्ठा किया फंड्स नूं, ताकि जिहड़ा बाकी असी मेनटेनेंस हैगी है बहुत अच्छी तरह ना कर सकीए। दूसरा जिहड़े कहंदे सी फौजियां नूं कहने आ, ये सिर्फ कहंदे नहीं, इन्होंने मिल जुल के वैटरन दे उत्ते जिहड़े कि 76-77 साल का बंदा और उहदी वाइफ, उन्हां दोहां नूं हस्पताल जाण तो 1.5 घंटा रोकिया, हस्पताल जाण तो, और उन्होंने एक तरह का बंदी बना के रखा, उन्होंने बेइज्जती की, और जो कुछ बोले वो तो कह ही नहीं सकते, कहना चंगा नहीं लगेगा। और दूसरा वो सारी चीज़ की वीडियो है। ईवन मैं पहला भी एक बार दसिया सीगा, ईवन साढ़े सैकटरी साहब मिस्टर प्रेम सागर जिहड़े सी, उन्होंने 8 घंटे तक बंदी बना के रखा। वो कहते सी फौजियों के नाल आ ते फौजियों की इज्जत करते हैं, एक इंसान नूं बगैर किसी गल तो 8 घंटे बंदी बनाया। वाइफ नूं, और जिहड़ा कि वाइफ बीमार सीगी उन्होंने हस्पताल ना जाण दिता 1.5 घंटा। ये की फौजियों की कहते इज्जत करते हैं जां उन्होंने बेइज्जत करते हैं, ਜਾਂ ਪੰਜਾਬੀ ਅਸ਼ਲੀਲ ਜਾਂ ਜੋ ਵੀ ਸ਼ਬਦ ਹੁੰਦਾ ਕਿ ਕਿਸ ਤਰੀਕੇ ਨਾਲ ਇਹ ਤੰਗ ਕਰਦੇ ਨੇ। ਇਹ ਸਿਰਫ ਕੁਝ ਬੰਦੇ ਨੇ, ਹੈਂਡਫੁਲ, ਜਿਹੜੇ ਕਿ ਇਸ ਤਰ੍ਹਾਂ ਦੇ ਹਰਕਤਾਂ ਕਰਦੇ ਨੇ। ਸਾਡੇ ਜਿੰਨੇ ਵੀ ਫੌਜੀ ਅਫਸਰ ਨੇ ਹੋਰ ਕਿਸੇ ਨੇ ਅੱਜ ਤੱਕ ਕੋਈ ਕੀਤਾ ਹੋਵੇ ਪਿਛਲੇ 10 ਸਾਲਾਂ ਦੇ ਵਿੱਚ ਐਸੀ ਕੋਈ ਹਰਕਤ ਨਹੀਂ ਹੋਈ। ਇਹ ਸਿਰਫ ਪੋਲੀਟੀਕਲ ਰਲ ਮਿਲ ਕੇ ਇੱਕ ਅੱਧਾ ਬੰਦਾ ਸਾਡਾ ਵੀ ਉਹਦੇ ਨਾਲ ਜਿਹੜਾ ਕਿ ਉਸ ਪਾਸੇ ਹੈ,
ਉਹਨਾਂ ਨਾਲ ਮਿਲਿਆ ਹੋਇਆ, ਫੌਜਾਂ ਦੇ ਅਗੇਂਸਟ ਹੋਇਆ ਕਾਰਨ ਉਸੇ ਨੂੰ ਜ਼ਿਆਦਾ ਪਤਾ ਹੋਏਗਾ, ਕਿਉਂਕਿ ਸਬਸੀਕੁਐਂਟ ਮੈਂਬਰ ਹੋਣ ਕਰਕੇ ਜਾਂ ਕਿਸ ਤਰ੍ਹਾਂ ਕਰਕੇ। ਇੱਕ ਉਹ ਬੰਦਾ ਤੇ ਇੱਕ ਜਿਹੜੇ ਹੈਗੇ ਨੇ ਪੋਲੀਟੀਕਲ ਲੀਡਰ, ਇਹ ਸਾਰੇ ਇਹੋ ਜਿਹੇ ਕੰਮ ਕਰਦੇ ਨੇ। 2-4 ਨਾਲ ਹੋਰ ਨੇ ਇਹਨਾਂ ਦੇ। ਅਸੀਂ ਚਾਹੁੰਦੇ ਹਾਂ ਵੀ ਕੀ ਤੁਸੀਂ ਫੌਜੀਆਂ ਦੀ ਇੱਜ਼ਤ ਕਰਦੇ ਹੋ ਜਾਂ ਸਿਰਫ ਬੋਲਦੇ ਹੀ ਹੋ ਤੇ ਉੱਦਾਂ ਉਹਨਾਂ ਨਾਲ ਇਸ ਤਰ੍ਹਾਂ ਬਿਹੇਵ ਕਰਦੇ ਆ ਜਦੋਂ ਕਿ ਅੱਜ ਤੱਕ ਕੋਈ ਨਹੀਂ ਹੋਇਆ, ਕਿਉਂਕਿ ਫੌਜੀਆਂ ਦੀ ਹੁਣ ਉਮਰ ਜਿਹੜੀ ਆ, ਜਿਹੜੇ 35 ਜਾਂ 40 ਸਾਲ ਨੌਕਰੀ ਕਰਕੇ ਆਏ ਨੇ, ਹੁਣ ਉਹਨਾਂ ਦੇ ਜਵਾਨ ਨਹੀਂ ਰਹੇ ਤਾਂ ਕਿ ਉਸ ਚੀਜ਼ ਨੂੰ ਵੀ ਉਹ ਫਾਈਟ ਕਰ ਸਕਣ ਫਿਜ਼ੀਕਲੀ ਵੀ। ਇਸ ਕਰਕੇ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਜੋ ਕੁਛ ਇਹਨਾਂ ਨੇ ਕਿਹਾ ਉਹ ਸਿਰਫ ਗਲਤ ਕਿਹਾ। ਹੁਣ ਤੁਹਾਡੀ ਸਾਰਿਆਂ ਦੀ ਇਲੈਕਸ਼ਨਾਂ ਦੀ ਤਿਆਰੀ ਹੈਗੀ ਹੈ ਜੀ, ਜਿਹੜੀਆਂ ਹੋਣੀਆਂ ਅੱਗੋਂ? ਦੇਖੋ ਜੀ, ਜਿਹੜੀ ਵੀ ਇਲੈਕਸ਼ਨ ਹੋਏਗਾ ਬਾਈ ਲਾਸ ਇਜ਼ ਆਲਵੇਜ਼ ਮੋਸਟ ਵੈਲਕਮ। ਜਿਹੜੇ ਬਾਈ ਲਾਸ ਅਪਰੂਵਡ ਨੇ, ਚੱਲ ਰਹੇ ਨੇ, ਉਹਦੇ ਹਿਸਾਬ ਨਾਲ ਹੋਏ, ਅਸੀਂ ਆਲਵੇਜ਼ ਤਿਆਰ ਹਾਂ। ਵੀ ਆਲਵੇਜ਼ ਵਾਂਟ ਇਲੈਕਸ਼ਨ ਪ੍ਰੋਸੈਸ। ਦੋ ਆਫਕੋਰਸ ਮੈਂ ਅੱਗੇ ਨਹੀਂ ਫਾਈਟ ਕਰਾਂਗਾ ਇਲੈਕਸ਼ਨ ਐਜ਼ ਏ ਪਰਸਨ।